ਗੁਲਾਬੀ ਸੁੰਡੀ ਵਰਲਡ ਓਵਰ ਇਹ ਕੀੜਾ ਜਿਹੜਾ ਹੈ ਹੀ ਨਰਮੇ ਦਾ ਵਰਲਡ ਓਵਰ ਦਾ ਜਿਹੜੇ ਜੀਵਨ ਚੱਕਰ 'ਚ ਕਹਿੰਦਾ ਅੰਡਾ, ਅੰਡੇ ਤੋਂ ਸੁੰਡੀ, ਸੁੰਡੀ ਤੋਂ ਕੋਆ ਜਿਹਨੂੰ ਪਿਊਪਾ ਕਹਿ ਦਿੰਦੇ ਆ, ਪਿਊਪੇ ਤੋਂ ਪਤੰਗਾ, ਫਿਰ ਪਤੰਗੇ ਤੋਂ ਅੰਡਾ, ਇਸ ਤੇ ਫਿਰ ਉਹ ਖਤਮ ਹੋ ਗਿਆ। ਇਹ ਲਗਭਗ 70% ਤੁਸੀਂ ਜਿਹੜਾ ਡੈਮੇਜ ਹੈ ਉਹਦੇ ਨਾਲ ਰੋਕ ਸਕਦੇ। ਲਾ ਦੇਣਾ 400 ਸਪੌਟਸ ਤੇ, 400 ਜਗ੍ਹਾ ਤੇ 400 ਬੂਟਿਆਂ ਤੇ ਲਾ ਦੇਣਾ। ਉਹਦੇ ਨਾਲ ਕੀ ਹੋਣਾ ਕਿ ਉੱਥੋਂ ਸਾਰੀ ਜਗ੍ਹਾ ਤੋਂ ਜਿਹੜੀ ਮਾਦਾ ਦੀ ਗੰਧ ਹੈ ਉਹ ਨਿਕਲੂਗੀ। ਕੋਈ ਢੋਲੀ ਨਹੀਂ ਚੱਕਣੀ ਹੈ, ਕੋਈ ਕੈਮੀਕਲ ਨਹੀਂ ਹੈ, ਕੋਈ ਉਹਦੇ ਸਾਈਡ ਇਫੈਕਟਸ ਨਹੀਂ ਹੈ, ਮਿੱਤਰ ਕੀੜਿਆਂ ਤੇ ਕੋਈ ਮਾੜਾ ਪ੍ਰਭਾਵ ਨਹੀਂ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਪੰਜਾਬ ਭਰ ਦੇ ਕਿਸਾਨ ਨੇ ਜਿਹੜੇ ਗੁਲਾਬੀ ਸੁੰਡੀ ਦੀ ਸਮੱਸਿਆ ਤੋਂ ਬਹੁਤ ਸਮੇਂ ਤੋਂ ਜੂਝ ਰਹੇ ਨੇ। ਤਰ੍ਹਾਂ ਤਰ੍ਹਾਂ ਦੇ ਜਿਹੜੇ ਉਪਾਅ ਨੇ ਦੱਸੇ ਜਾਂਦੇ ਨੇ ਕਿ ਇਸ ਤਰੀਕੇ ਦੇ ਨਾਲ ਗੁਲਾਬੀ ਸੁੰਡੀ ਤੋਂ ਨਰਮੇ ਨੂੰ ਬਚਾਇਆ ਜਾ ਸਕਦਾ। ਕਈ ਸੈਮੀਨਾਰ ਜਿਹੜੇ ਨੇ ਉਹ ਵੀ ਕਰਵਾਏ ਜਾਂਦੇ ਨੇ। ਹੁਣ ਵੀ ਇੱਕ ਸੈਮੀਨਾਰ ਕਰਵਾਇਆ ਗਿਆ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਨਵੀਂ ਜਿਹੜੀਆਂ ਨਵੇਂ ਤਰੀਕੇ ਦੱਸੇ ਨੇ, ਨਵੀਂ ਟੈਕਨੀਕ ਵੀ ਲੈ ਕੇ ਆਏ ਨੇ। ਸੋ ਨਵੀਂ ਟੈਕਨੀਕ ਬਾਰੇ ਗੱਲਬਾਤ ਕਰਾਂਗੇ ਤੇ ਇਹ ਸਮੱਸਿਆ ਕਦੋਂ ਸ਼ੁਰੂ ਹੋਈ ਤੇ ਕਿਉਂ ਆਈ ਤੇ ਕਿੰਨਾ ਟਾਈਮ ਹੋਰ ਇਸ ਸਮੱਸਿਆ ਦੇ ਨਾਲ ਕਿਸਾਨਾਂ ਨੂੰ ਟੈਕਲ ਕਰਨਾ ਪੈਣਾ, ਇਹ ਵੀ ਜਾਣਾਂਗੇ। ਸਾਡੇ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਸੀਨੀਅਰ ਸਾਇੰਟਿਸਟ ਡਾਕਟਰ ਸਤਨਾਮ ਸਿੰਘ ਮੌਜੂਦ ਨੇ। ਸਤਨਾਮ ਸਿੰਘ ਜੀ, ਸਵਾਗਤ ਹੈ ਬਾਬੂਸ਼ਾਹੀ। ਥੈਂਕ ਯੂ ਸੋ ਮਚ ਜੀ। ਸਤਨਾਮ ਸਿੰਘ ਜੀ, ਜਿਹੜੀ ਨਵੀਂ ਟੈਕਨੀਕ ਇੰਟਰੋਡਿਊਸ ਕੀਤੀ ਜਾ ਰਹੀ ਹੈ ਗੁਲਾਬੀ ਸੁੰਡੀ ਨੂੰ ਲੈ ਕੇ, ਉਸ ਟੈਕਨੀਕ ਬਾਰੇ ਵੀ ਦੱਸੋ ਕੀ ਹੈ ਤੇ ਗੁਲਾਬੀ ਸੁੰਡੀ ਜਿਹੜੀ ਹੈ ਕਦੋਂ ਇਹ ਸ਼ੁਰੂ ਹੋਈ, ਕਦੋਂ ਤੋਂ ਪ੍ਰੋਬਲਮ ਆ ਰਹੀ ਹੈਗੀ ਹੈ, ਇਹ ਫਾਰਮਰਸ ਫੇਸ ਕਰ ਰਹੇ ਨੇ ਤੇ ਹੁਣ ਇਹਦੇ ਨਾਲ ਕਿੰਨਾ ਕੁ ਜਿਹੜਾ ਫਾਇਦਾ ਹੋ ਜਾਊਗਾ ਜੀ? ਦੇਖੋ ਜੀ, ਜੇ ਗੁਲਾਬੀ ਸੁੰਡੀ ਦੇ ਥੋੜਾ ਪਿਛੋਕੜ 'ਚ ਜਾਈਏ ਨਾ, ਗੁਲਾਬੀ ਸੁੰਡੀ ਦੱਖਣ ਭਾਰਤ 'ਚ, ਕਿਉਂਕਿ ਦੱਖਣ ਭਾਰਤ 'ਚ ਕਾਟਨ ਕਾਫੀ ਹੁੰਦਾ ਹੈ। ਦੱਖਣ ਭਾਰਤ ਵਿੱਚ ਆਪਣਾ ਆਂਧਰਾ, ਕਰਨਾਟਕਾ, ਤਮਿਲਨਾਡੂ, ਈਵਨ ਜਿਹੜਾ ਸੈਂਟਰਲ ਇੰਡੀਆ ਹੈ, ਗੁਜਰਾਤ ਐਂਡ ਮਹਾਰਾਸ਼ਟਰ, ਇਹਦੇ ਵਿੱਚ ਕਾਫੀ ਨਰਮਾ ਹੁੰਦਾ। ਇਹਦੇ ਵਿੱਚ ਇਹ ਜਿਹੜੀ ਸਮੱਸਿਆ ਹੈ ਇਹ 2015-16 'ਚ ਹੀ ਆ ਗਈ ਸੀਗੀ ਜੀ। ਸਾਨੂੰ ਇਹਦਾ ਪੂਰਾ ਖਦਸ਼ਾ ਸੀ ਕਿ ਡੈਫੀਨਿਟਲੀ ਜੇ ਉੱਥੇ ਆ ਗਈ ਹੈ ਤੇ ਇੱਥੇ ਵੀ ਆਊਗੀ ਜੀ, ਠੀਕ ਹੈ। ਉਹਦੇ ਵਿੱਚ ਇਹ ਹੈ ਕਿ ਹੁਣ ਇਹ ਹੈ ਕਿ ਗੁਲਾਬੀ ਸੁੰਡੀ ਹੀ ਕਿਉਂ ਆਈ, ਕਿਉਂਕਿ ਜਿਹੜੇ ਬੀਟੀ ਨਰਮਾ ਹੈ ਇਹ 3 ਕੀੜਿਆਂ ਦੇ ਕੰਟਰੋਲ ਵਾਸਤੇ ਜਿਹੜਾ ਹੈ ਇਹ ਬਣਾਇਆ ਗਿਆ ਸੀਗਾ। ਇਹਦੇ ਵਿੱਚ ਬੀਟੀ ਜ਼ਹਿਰ ਹੈ ਜਿਹੜੇ 3 ਕੀੜਿਆਂ ਨੂੰ ਕੰਟਰੋਲ ਕਰਦਾ। ਇੱਕ ਗੁਲਾਬੀ ਸੁੰਡੀ ਹੈ, ਇੱਕ ਚਿਤਕਬਰੀ ਸੁੰਡੀ ਹੈ, ਇੱਕ ਅਮਰੀਕਨ ਸੁੰਡੀ ਹੈ। ਗੁਲਾਬੀ ਸੁੰਡੀ ਵਰਲਡ ਓਵਰ ਇਹ ਕੀੜਾ ਜਿਹੜਾ ਹੈ ਹੀ ਨਰਮੇ ਦਾ ਵਰਲਡ ਓਵਰ, ਮਤਲਬ ਜਿਹਨੂੰ ਕਹੋ ਅਸਲ ਕੀੜਾ ਜਿਹੜਾ ਕਾਟਨ ਦਾ ਹੈ ਨਾ, ਇਹ ਗੁਲਾਬੀ ਸੁੰਡੀ ਹੈ। ਹੋਰ ਕਿਸੇ ਫਸਲ ਤੇ ਇਹ ਆਪਣਾ ਜੀਵਨ ਚੱਕਰ ਜਾਂ ਹੋਰ ਕਿਸੇ ਫਸਲ ਨੂੰ ਇਹ ਨੁਕਸਾਨ ਨਹੀਂ ਕਰਦਾ। ਮਾੜਾ ਮੋਟਾ ਕਿਤੇ ਰਿਪੋਰਟ ਹੈ ਬਟ ਉੱਥੇ ਆਪਣਾ ਜੀਵਨ ਚੱਕਰ ਨਹੀਂ ਕਰਦਾ। ਬਟ ਜਿਸ ਤਰ੍ਹਾਂ ਚਿਤਕਬਰੀ ਸੁੰਡੀ ਹੈ ਭਿੰਡੀ ਤੇ ਵੀ ਆ ਜਾਂਦੀ ਹੈ, ਅਮਰੀਕਨ ਸੁੰਡੀ ਹੈ ਛੋਲਿਆਂ ਤੇ ਵੀ ਆ ਜਾਂਦੀ ਹੈ, ਹੋਰ ਫਸਲਾਂ ਤੇ ਵੀ ਆ ਜਾਂਦੀ ਹੈ। ਇਹ ਖਾਲੀ ਨਰਮੇ ਤੱਕ ਹੀ ਸੀਮਤ ਹੈ। 2005 ਤੋਂ ਸਾਡਾ ਬੀਟੀ ਨਰਮਾ ਪ੍ਰਮਾਣਿਤ ਹੋਇਆ ਇੱਥੇ ਆਪਣੇ ਪੰਜਾਬ 'ਚ। 2005 ਤੋਂ 2019 ਤੱਕ ਕੋਈ ਬਹੁਤੀ ਵੱਡੀ ਸਮੱਸਿਆ ਕਿਤੇ ਵੀ ਗੁਲਾਬੀ ਸੁੰਡੀ ਦਾ ਕੋਈ ਰਿਪੋਰਟ ਨਹੀਂ ਆਈ। ਹੁਣ 2015 ਵਿੱਚ 2020 ਵਿੱਚ ਜਿਹੜਾ ਪਿਛਲਾ ਸਾਲ ਸੀਗਾ, ਜਿੱਥੇ ਮਾਨਸਾ ਐਂਡ ਬਠਿੰਡਾ ਜਿਹੜੇ ਸਭ ਤੋਂ ਅਫੈਕਟਡ ਰੀਜਨ ਸੀਗੇ, ਉਹਨਾਂ ਵਿੱਚ ਜਿਹੜਾ ਹੈਗਾ ਉਹ ਗੁਲਾਬੀ ਸੁੰਡੀ ਦੇ ਜਿਹੜਾ ਹਮਲਾ ਇਹ ਹੁਣ ਤੁਸੀਂ ਮੰਨ ਕੇ ਚਲੋ 15 ਸਾਲ, ਲਗਭਗ 15 ਸਾਲ ਇਸ ਕੀੜੇ ਨੇ ਜਿਹੜੀ ਹੈਗੀ ਹੈ 15 ਸਾਲ 'ਚ ਆ ਬੀਟੀ ਜ਼ਹਿਰ ਨੂੰ ਸਹਿਨਸ਼ੀਲ ਹੋ ਗਈ ਹੈ। ਬੀਟੀ ਜ਼ਹਿਰ ਜਿਹੜੀ ਹੈ ਇਹਨੂੰ ਹੁਣ ਕੁਝ ਵੀ ਨਹੀਂ ਕਹਿੰਦੀ, ਮਤਲਬ ਇਹ ਬੀਟੀ ਜ਼ਹਿਰ ਨੂੰ ਆਰਾਮ ਨਾਲ ਖਾ ਸਕਦੀ ਹੈ। ਇਹਨੇ ਆਪਣੇ ਆਪ ਨੂੰ ਬੀਟੀ ਜ਼ਹਿਰ ਤੇ ਅਡੈਪਟ ਕਰਤਾ ਹੈ। ਅਸਰ ਖਤਮ ਹੋ ਗਿਆ ਤੇ ਬਿਲਕੁਲ ਅਸਰ ਇੱਥੇ ਖਤਮ ਹੋ ਗਿਆ, ਕਿਉਂਕਿ ਆਪਣਾ ਹਰ ਇੱਕ ਕੀੜੇ ਦੀ ਜਿਹੜੀ ਹੈ, ਹਰ ਇੱਕ ਜੀਵ ਦਾ ਦੁਨੀਆ 'ਚ ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਕੁਝ ਨਾ ਕੁਝ ਮੋਡੀਫਿਕੇਸ਼ਨਸ ਕਰਦਾ। ਇਹਨੇ ਵੀ ਆਪਣੀ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਇਸ ਵਿੱਚ ਹੁਣ ਰੈਜ਼ਿਸਟੈਂਸ ਜਿਹਨੂੰ ਕਹਿੰਦੇ ਆ ਟੈਕਨੀਕਲ ਭਾਸ਼ਾ 'ਚ, ਰੈਜ਼ਿਸਟੈਂਸ ਆ ਗਈ ਹੈ ਇਹਦੇ ਵਿੱਚ ਵੀ ਸਹਿਨਸ਼ੀਲਤਾ ਆ ਗਈ ਹੈ। ਇਸ ਕਰਕੇ ਹੁਣ ਸਾਨੂੰ ਇਹ ਮੰਨਣਾ ਬਿਲਕੁਲ ਮਤਲਬ ਕਨਸੈਪਟ ਹੀ ਹੈ ਕਿ ਬੀਟੀ ਜ਼ਹਿਰ ਜਿਹੜਾ ਹੁਣ ਗੁਲਾਬੀ ਸੁੰਡੀ ਤੇ ਕੋਈ ਅਸਰਦਾਰ ਨਹੀਂ ਹੈ। ਲੇਕਿਨ 2 ਕੀੜੇ ਜਿਹੜੇ ਹੈਗੇ ਆ, ਚਿਤਕਬਰੀ ਸੁੰਡੀ ਤੇ ਅਮਰੀਕਨ ਸੁੰਡੀ, ਉਹਦਾ ਅਜੇ ਵੀ ਪੂਰਾ ਜਿਹੜਾ ਕੰਟਰੋਲ ਹੈ ਉਹ ਦੇ ਰਹੀ ਹੈ, ਕਿਉਂਕਿ ਉਹ ਹੋਰ ਫਸਲਾਂ ਤੇ ਵੀ ਜਿਹੜੇ ਆਪਣੇ ਆਪ ਦਾ ਜੀਵਨ ਜਿਹੜਾ ਚੱਕਰ ਹੈ ਉਹ ਕੰਪਲੀਟ ਕਰਦੇ ਆ। ਹੁਣ ਇਹ ਪ੍ਰੋਬਲਮ ਆਪਣੇ ਕਿਉਂ ਆਈ, ਕਿਸ ਤਰੀਕੇ ਨਾਲ ਆਈ? ਗੱਲ ਇਹ ਹੈ ਕਿ ਆਪਣਾ ਜਿਹੜਾ ਕਾਟਨ ਦਾ ਟਾਈਮ ਹੈ ਨਾ, ਉਹ ਕੋਈ ਜਿਸ ਤਰ੍ਹਾਂ ਸਾਊਥ 'ਚ ਬਹੁਤ ਲੰਬੇ ਟਾਈਮ ਤੱਕ, ਫਰਵਰੀ ਤੋਂ ਲੈ ਕੇ, ਕਿਉਂਕਿ ਉੱਥੇ ਜੁਲਾਈ 'ਚ ਸ਼ੁਰੂ ਹੁੰਦਾ ਹੈ, ਉਹ ਫਰਵਰੀ, ਮਾਰਚ, ਅਪ੍ਰੈਲ ਵਿੱਚ ਵੀ ਲੈ ਜਾਂਦੇ ਆ ਕਾਟਨ ਜਿਹੜੀ ਉੱਥੇ, ਮਤਲਬ ਸਾਈਕਲ ਜਿਹੜਾ ਪੂਰਾ ਰਹਿੰਦਾ। ਆਪਣੇ ਕੀ ਹੈ, ਆਪਣੇ ਜਦੋਂ ਇੱਕ ਵਾਰੀ ਨਰਮਾ ਆ ਗਿਆ, ਨਰਮੇ ਤੋਂ ਬਾਅਦ ਜਿਹੜੀ ਹੈ ਕਣਕ ਆ ਗਈ, ਕਣਕ ਤੋਂ ਬਾਅਦ ਜਿਹੜਾ ਮਤਲਬ ਸਾਈਕਲ ਟੁੱਟ ਜਾਂਦਾ ਹੈ। ਮਤਲਬ ਆਪਣੇ ਸਮੱਸਿਆ ਨਹੀਂ ਹੈ, ਬਟ ਆਪਣੇ ਜਦੋਂ ਜਿਹੜੇ ਬਿਜ਼ਨਸਮੈਨ, ਜਿਹੜੇ ਵੀਰ ਜਿਹੜੇ ਹੈ ਉੱਥੋਂ ਵਡੇਵੇਂ ਲੈ ਕੇ ਆਉਂਦੇ ਸੀ ਸਾਊਥ 'ਚੋਂ, ਵਡੇਵੇਂ ਤੇਲ ਕੱਢਣ ਵਾਸਤੇ, ਕਿਉਂਕਿ ਸਾਊਥ ਦੇ ਜਿਹੜੇ ਵਡੇਵੇਂ ਆ ਉਹਨਾਂ ਦੀ ਖੱਲ, ਉਹਨਾਂ ਦਾ ਤੇਲ ਦੀ ਕੁਆਲਿਟੀ, ਕਿਉਂਕਿ ਲੰਬੇ ਦੇਰ ਤੱਕ ਰਹਿੰਦੀ ਹੈ ਫਸਲ, ਉੱਥੇ ਕੁਆਲਿਟੀ ਜਿਹੜੀ ਤੇਲ ਦੀ ਤੇ ਖੱਲ ਦੀ ਜਿਹੜੀ ਹੈ ਉਹ ਵਡੇਵਿਆਂ ਤੋਂ ਜਿਹੜੀ ਨਿਕਲਦੀ ਉਹ ਅੱਛੀ ਹੈ। ਉਹ ਇੱਥੇ ਲੈ ਕੇ ਆਉਂਦੇ ਸੀ। ਜਦੋਂ ਵਡੇਵੇਂ ਲੈ ਕੇ ਆਏ, ਉਹ ਐਕਚੁਅਲੀ ਇਹ ਜਿਹੜਾ ਨਰਮੇ ਦਾ ਕੀੜਾ ਹੈ ਇਹ ਜਾਂ ਤਾਂ ਵਡੇਵਿਆਂ 'ਚ ਰਹਿੰਦਾ ਹੈ, ਜਾਂ ਤਾਂ ਟਿੰਡੇ 'ਚ ਰਹਿੰਦਾ ਹੈ, ਜਾਂ ਫੁੱਲ ਨੂੰ ਖਾਂਦਾ ਹੈ।
ਜਦੋਂ ਉਹ ਵਡੇਵੇਂ ਲੈ ਕੇ ਆਏ, ਉਹਨਾਂ ਵਡੇਵਿਆਂ 'ਚੋਂ ਪਤੰਗੇ ਨਿਕਲੇ। ਪਤੰਗੇ ਉਸ ਟਾਈਮ ਜੂਨ ਜੁਲਾਈ ਤੇ ਜਿਹੜੇ ਵਡੇਵੇਂ ਆਏ ਸੀ, ਉਹਨਾਂ ਨੇ ਜਿਹੜਾ ਹੈਗਾ, ਅਸੀਂ ਇਹ ਦੇਖੋ 2019 ਦੀ ਗੱਲ, 18-19 ਦੀ ਗੱਲ ਦੇਖੋ, ਖਾਲੀ ਜਿਹੜੀਆਂ ਆਇਲ ਐਕਸਟ੍ਰੈਕਸ਼ਨ ਮਿਲਣਾ ਸੀ ਉਹਦੇ ਆਸੇ-ਪਾਸੇ ਇਹਦਾ ਹਮਲਾ ਸੀਗਾ। ਉਹਦੇ ਹਮਲੇ ਇੱਕ ਵਾਰੀ ਉੱਥੇ ਆ ਗਿਆ, ਫਿਰ ਨੈਚੁਰਲੀ ਜੇ ਇੱਕ ਵਾਰੀ ਤੁਸੀਂ ਆਮਦ ਆਏਗੀ ਆਪਣੇ ਇਹਦੇ ਵਿੱਚ, ਇਹ ਫਿਰ ਸਾਰੇ ਪਾਸੇ ਜਿਹੜੀ ਹੈ ਇਹਦੀ ਮੂਵਮੈਂਟ ਹੋ ਗਈ, ਕਿਉਂਕਿ ਆਪਣੀਆਂ ਛੱਟੀਆਂ ਜਿਹੜੀਆਂ ਨੇ ਉਹ ਅੱਗੇ ਪਿੱਛੇ ਜਾਂਦੀਆਂ ਨੇ। ਕਾਟਨ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ ਹੈ। ਫਿਰ ਇਹਦਾ ਜਿਹੜਾ ਹੈਗਾ ਪੂਰੇ ਪਹਿਲੇ ਇਹਦਾ ਜਿਹੜਾ ਏਰੀਆ ਸੀਗਾ ਉਹ ਜਿੰਨਿੰਗ ਮਿਲ, ਹਰਿਆਣੇ ਵਿੱਚ ਵੀ ਅਸੀਂ ਦੇਖਿਆ ਕਿ ਜੀਂਦ ਦੀ ਜਿਹੜੀ ਕਾਟਨ ਮਿਲ ਸੀ ਉਹਦੇ ਆਸੇ-ਪਾਸੇ ਇਹਦਾ ਅਟੈਕ ਸੀਗਾ। ਤੇ ਉਸ ਤੋਂ ਹੀ ਜਿਹੜਾ ਹੈ ਇਹਦੀ ਆਮਦ ਜਿਹੜੀ ਹੈ ਹੁਣ ਸਾਡੇ ਇਹਦੇ ਵਿੱਚ ਆ ਚੁੱਕੀ ਹੈ। ਹੁਣ ਇਹਦੇ ਵਿੱਚ ਇਹ ਗੱਲ ਹੈ ਕਿ ਇਹਦਾ ਜੀਵਨ ਚੱਕਰ ਬੜਾ ਹੀ ਪੈਕਿਊਲਰ ਜਿਹਾ ਜੀਵਨ ਚੱਕਰ ਹੈ। ਇੱਕ ਜੀਵਨ ਚੱਕਰ ਇਹਦਾ ਗਰਮੀ ਰੁੱਤ ਦਾ ਹੈਗਾ, ਠੀਕ ਹੈ। ਗਰਮੀ ਰੁੱਤ ਵਿੱਚ ਇਹ ਹੈ ਕਿ ਆਪਾਂ ਇਹ ਮੰਨ ਕੇ ਚੱਲੀਏ, ਹੁਣ ਜਿਹੜਾ ਹੈ, ਹੁਣ ਆਪਾਂ ਜੂਨ ਤੋਂ ਮੰਨ ਕੇ ਚੱਲੀਏ, ਜੂਨ ਤੋਂ ਜਿਹੜਾ ਇਹਦਾ ਜੀਵਨ ਚੱਕਰ ਹੈਗਾ, ਹਰ ਇੱਕ ਸੁੰਡੀ ਦਾ ਜਿਹੜੇ ਜੀਵਨ ਚੱਕਰ ਕੀ ਹੁੰਦਾ, ਅੰਡਾ, ਅੰਡੇ ਤੋਂ ਸੁੰਡੀ, ਸੁੰਡੀ ਤੋਂ ਕੋਆ ਜਿਹਨੂੰ ਪਿਊਪਾ ਕਹਿ ਦਿੰਦੇ ਆ, ਪਿਊਪੇ ਤੋਂ ਪਤੰਗਾ, ਫਿਰ ਪਤੰਗੇ ਤੋਂ ਅੰਡਾ, ਇਸ ਤਰ੍ਹਾਂ ਇਹ ਆਪਣਾ ਜੀਵਨ ਚੱਕਰ ਗਰਮੀ ਰੁੱਤ 'ਚ ਜਿਹੜਾ ਨਰਮੇ ਦਾ ਸੀਜ਼ਨ ਹੈ ਇਹਦੀ ਲਗਭਗ 1 ਮਹੀਨੇ 'ਚ ਕੰਪਲੀਟ ਕਰ ਦਿੰਦੀ ਹੈ। ਹਾਂ, ਦੱਸਿਆ ਜਿਹੜਾ ਹੈਗਾ। ਤੇ ਲੇਕਿਨ ਜਦੋਂ ਅਕਤੂਬਰ ਦਾ ਮਹੀਨਾ ਆਉਂਦਾ ਹੈ, ਜਦੋਂ ਬਾਹਰ ਠੰਡ ਪੈ ਜਾਂਦੀ ਹੈ, ਉਹ ਠੰਡ ਦੇ ਵਿੱਚ ਕੀ ਹੁੰਦਾ ਹੈ, ਇਹ ਜਿਹੜੀ ਸੁੰਡੀ ਹੈਗੀ ਹੈ ਇਹ ਸੁਸਤ ਅਵਸਥਾ ਵਿੱਚ ਕਿੱਥੇ ਰਹਿੰਦੀ ਹੈ, ਜਿਹੜੇ ਸੜੇ ਗਲੇ ਟਿੰਡੇ ਹੈ ਨਾ ਉਹਨਾਂ ਵਿੱਚ ਹੀ ਰਹਿਣਾ ਇਹਨੇ। ਤੁਸੀਂ ਇਹ ਮੰਨ ਕੇ ਚਲੋ ਆਪਣੇ ਖੇਤ 'ਚ ਲਗਭਗ 7-8 ਹਜ਼ਾਰ ਦੀ ਗਿਣਤੀ ਹੁੰਦੀ ਹੈ ਬੂਟਿਆਂ ਦੀ। ਹਰ ਇੱਕ ਬੂਟੇ ਤੇ ਜੇ 4-5 ਟਿੰਡੇ ਵੀ ਰਹਿ ਗਏ ਤੇ ਲਗਭਗ 28,000 ਟਿੰਡੇ ਜਿਹੜੇ ਉਹ ਰਹਿ ਜਾਣੇ ਆ। ਜੇ ਮੈਂ 28,000 ਚੋਂ ਕਹਿੰਦਾ ਕਿ ਅੱਧ ਵਿੱਚ ਵੀ ਸੁੰਡੀ ਹੈ, ਇਹਦਾ ਮਤਲਬ ਸਾਡੇ ਕੋਲ ਕਿੰਨੀਆਂ ਸੁੰਡੀਆਂ ਨੇ ਆਫ ਸੀਜ਼ਨ ਵਾਸਤੇ? 14,000 ਸੁੰਡੀਆਂ ਦਾ ਢੇਰ ਜਿਹੜਾ ਕਿਸਾਨ ਨੇ ਕਿੱਥੇ ਰੱਖਿਆ ਹੋਇਆ? ਆਪਣੇ ਖੇਤ ਦੇ ਵਿੱਚ ਜਾਂ ਆਪਣੇ ਪਿੰਡ 'ਚ। ਮਤਲਬ ਚੋਰ ਤੁਸੀਂ ਕਿੱਥੇ ਰੱਖਿਆ ਹੋਇਆ? ਜੇ ਆਪਾਂ ਉਹਨਾਂ ਟਿੰਡੇ 'ਚ ਸਰਵਾਈਵ ਕਿਵੇਂ ਕਰਦੀ ਹੈ ਜਿੰਨਾ ਟਾਈਮ? ਇਹਨੂੰ ਕਹਿੰਦੇ ਡਾਇਆਪੌਜ਼। ਇਸ ਅਵਸਥਾ ਵਿੱਚ ਇਹ ਕੁਝ ਨਹੀਂ ਖਾਂਦੀ, ਕੁਝ ਨਹੀਂ ਪੀਂਦੀ। ਜਿੱਦਾਂ ਆਪਾਂ ਕਹਿੰਦੇ ਕੁਝ ਕੀੜੇ ਜਿਹੜੇ ਆ, ਸੱਪ ਹੈਗੇ ਆ, ਇਹ ਖੁੱਡਾਂ ਚਲੇ ਜਾਂਦੇ ਆ, ਹਾਈਬਰਨੇਸ਼ਨ ਕਹਿੰਦੇ ਆ। ਇੱਥੇ ਜਿਹੜੀ ਟਰਮ ਹੈਗੀ ਆ, ਟੈਕਨੀਕਲ ਟਰਮ ਹੈਗੀ ਆ ਡਾਇਆਪੌਜ਼। ਇਹ ਡਾਇਆਪੌਜ਼ ਚਲੀ ਜਾਂਦੀ ਹੈ ਉਸ ਅਵਸਥਾ 'ਚ ਆਪਣੀ ਬਾਡੀ ਦੀ ਜਿਹੜੀ ਵੀ ਐਕਟੀਵਿਟੀ ਹੈ, ਜੋ ਵੀ ਪ੍ਰਕਿਰਿਆ ਹੈ, ਉਹਨੂੰ ਉਹ ਬਿਲਕੁਲ ਮਿਨੀਮਮ ਤੇ ਰੱਖਦੀ ਹੈ। ਕੁਛ ਨਹੀਂ ਕਰਦੀ, ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ, ਕੁਛ ਨਹੀਂ। ਬਸ ਇਹ ਦੋ ਜਿਹੜੇ ਵਡੇਵੇਂ ਆ, ਦੋ ਜਿਹੜੇ ਬੀਜ ਹੈ, ਉਹਨਾਂ ਨੂੰ ਜੋੜ ਕੇ ਉਹਦੇ ਵਿੱਚ ਹੀ ਬੈਠੀ ਰਹੂਗੀ। ਜਦੋਂ ਇਹਨੂੰ ਮੌਸਮ ਢੁਕਵਾਂ ਹੋਊਗਾ, ਜਿੱਦਾਂ ਜਿੱਦਾਂ ਗਰਮੀ ਸ਼ੁਰੂ ਹੋ ਜੂਗੀ, ਤੁਸੀਂ ਇਹ ਮੰਨ ਕੇ ਚਲੋ ਅਕਤੂਬਰ 'ਚ ਬੈਠੀ ਹੋਈ ਹੈ, ਜਦੋਂ ਅਪ੍ਰੈਲ ਆ ਗਿਆ, ਮਾਰਚ ਆ ਗਿਆ, ਜਿੱਦਾਂ ਜਿੱਦਾਂ ਇਹ ਨਿਕਲਦੇ ਜਾਣੇ ਆ। ਹੁਣ ਜਿਹੜੇ ਪਹਿਲਾਂ ਨਿਕਲ ਗਏ ਉਹਨਾਂ ਨੂੰ ਕਹਿੰਦੇ ਆ ਆਤਮਘਾਤੀ ਜਿਹੜੀ ਹੈ, ਉਹ ਉਹਨਾਂ ਦਾ ਆਤਮਘਾਤ ਹੋ ਗਿਆ, ਕਿਉਂਕਿ ਉਹਨਾਂ ਨੂੰ ਨਰਮਾ ਨਹੀਂ ਮਿਲਿਆ, ਉਹ ਆਪੇ ਹੀ ਮਰ ਗਏ, ਸੁਸਾਈਡਲ ਇਮਰਜੈਂਸ, ਠੀਕ ਹੈ। ਬਟ ਜਿਹੜੇ ਸਿਆਲਾਂ 'ਚ ਨਿਕਲੇ ਜਿਹੜੇ ਸਿਆਲਾਂ 'ਚ ਨਿਕਲ ਗਏ, ਜਿਹੜੇ ਗਰਮੀ ਰੁੱਤ 'ਚ ਨਿਕਲੇ, ਜਦੋਂ ਨਰਮੇ ਦੀ ਫਸਲ ਤੇ ਬੋਗੀ ਬਣਨੀ ਸ਼ੁਰੂ ਹੋ ਗਈ ਹੈ, ਫੁੱਲ ਬਣੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਾ ਕੇ ਅੰਡੇ ਬੋਗੀ ਤੇ, ਫੁੱਲ ਤੇ ਜਾਂ ਟਿੰਡੇ ਤੇ ਦੇਣੇ ਸ਼ੁਰੂ ਕਰ ਦੇਣੇ। ਉੱਥੇ ਜਦੋਂ ਤੇ ਇਹਦਾ ਫਿਰ ਸਾਈਕਲ ਜਿਹੜਾ ਉਹ ਕੰਪਲੀਟ ਹੋ ਜਾਂਦਾ ਹੈ। ਉਸ ਤੋਂ ਬਾਅਦ ਕੀ ਹੈ, ਫਿਰ ਉਸ ਤੋਂ ਬਾਅਦ ਇਹਦਾ ਜੀਵਨ ਚੱਕਰ ਦਾ ਹੁਣ ਇਹਦੇ ਵਿੱਚ ਇੱਕ ਇਸੇ ਟੈਕਨੋਲੋਜੀ ਨੂੰ, ਹੁਣ ਇਹ ਜੀਵਨ ਚੱਕਰ ਦਾ ਕਿੱਦਾਂ ਫਾਇਦਾ? ਪਹਿਲੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਕੀ ਚਾਹੀਦਾ? ਹੁਣ ਜੇ ਚੋਰ ਘਰ ਬੈਠੇ ਹੋਏ, ਜੇ ਛੱਟੀਆਂ ਦਾ ਉਹ ਸਹੀ ਮੈਨੇਜਮੈਂਟ ਕਰਨ, ਛੱਟੀਆਂ ਨੂੰ ਆਪਣੇ ਖੇਤ 'ਚੋਂ ਹਟਾ ਦੇਣ, ਛੱਟੀਆਂ ਦੇ ਟਿੰਡੇ ਜਿਹੜੇ ਲੱਗੇ ਆ ਉਹ ਝਾੜ ਕੇ ਸਾੜ ਦੇਣ। ਛੱਟੀਆਂ ਦੇ ਟਿੰਡੇ ਆਪਾਂ ਵਿਆਹ ਵਿੱਚ ਦੇਖਦੇ ਸੀ ਕਿ ਜਿਹੜੀ ਹੈਗੇ ਆ ਜਿਹੜੀਆਂ ਛੱਟੀਆਂ ਨੇ ਨਰਮੇ ਦੀਆਂ, ਉਹਨਾਂ ਨੂੰ ਘੜ ਕੇ ਰੱਖਦੇ ਸੀਗੇ। ਘੜਨ ਨਾਲ ਕੀ ਸੀਗਾ, ਟਿੰਡੇ ਟੁੰਡੇ ਜਿਹੜੇ ਆ ਸਾਰੇ ਨੀਚੇ ਗਿਰ ਜਾਂਦੇ ਸੀ। ਟਿੰਡੇ ਨੂੰ ਕਿਤੇ ਦੱਬ ਦੇਣ, ਹਟਾ, ਮਤਲਬ ਨਸ਼ਟ ਕਰ ਦੇਣਾ ਉਹਨਾਂ ਨੂੰ। ਜਦੋਂ ਉਹ ਨਸ਼ਟ ਕਰਤਾ, ਕਿਉਂਕਿ ਸੋਟੀ ਵਿੱਚ ਤੇ ਇਹਨੇ ਰਹਿਣਾ ਨਹੀਂ, ਇਹਨੇ ਰਹਿਣਾ ਹੀ ਟਿੰਡੇ 'ਚ ਹੈਗਾ। ਤੇ ਟਿੰਡੇ ਵਿੱਚ ਜਦੋਂ ਰਹੇਗੀ ਤੇ ਫਿਰ ਉਹ ਖਤਮ ਹੋ ਗਿਆ। ਇਹ ਲਗਭਗ 70% ਤੁਸੀਂ ਜਿਹੜਾ ਡੈਮੇਜ ਹੈ ਉਹਦੇ ਨਾਲ ਰੋਕ ਸਕਦੇ, ਠੀਕ ਹੈ। ਆਪਾਂ ਇਹ ਬਿਲਕੁਲ। ਉਸ ਤੋਂ ਬਾਅਦ ਕੀ ਹੈ, ਦੂਜੀ ਜਿਹੜੀ ਕੜੀ ਹੈਗੀ ਹੈ, ਦੂਜੀ ਕੜੀ ਇਹ ਹੈ ਕਿ ਇਹ ਜਿਹੜਾ ਹੁਣ ਜਿਹੜੀ ਇਹ ਤਕਨੀਕ 'ਤੇ ਗੱਲ ਕਰੀਏ, ਤਕਨੀਕ ਇਹ ਹੈ ਕਿ ਪ੍ਰਜਨਨ ਵਿਘਨ, ਮੇਟਿੰਗ ਡਿਸਰਪਸ਼ਨ। ਇਹਦੇ ਵਿੱਚ ਅਸੀਂ ਪ੍ਰਜਨਨ 'ਚ ਵਿਘਨ ਪਾ ਰਹੇ ਹਾਂ, ਕਿਉਂਕਿ ਕੀੜੇ ਵਿੱਚ ਕੀ ਹੈ, ਇਹ ਕੀੜੇ ਵਿੱਚ ਖਾਸ ਕਰ ਇਹ ਹੈ ਕਿ ਜਦੋਂ ਮੇਟਿੰਗ ਹੋਣੀ ਹੈ, ਮੀਟਿੰਗ ਹੋਊਗੀ ਤੇ ਤਾਂ ਹੀ ਜਿਹੜੀ ਹੈ ਅੱਗੇ ਜਿਹੜੇ ਅੰਡੇ ਉਹ ਫਰਟਾਈਲ ਆਣਗੇ। ਉਹ ਫਰਟਾਈਲ ਮਤਲਬ ਇਹ ਹੈ ਕਿ ਉਹਨਾਂ 'ਚੋਂ ਤਾਂ ਹੀ ਬੱਚਾ ਨਿਕਲੂਗਾ, ਸੁੰਡੀ ਨਿਕਲੂਗੀ। ਜੇ ਪੋਪੂਲੇਸ਼ਨ ਵਧੂਗੀ, ਹਾਂ, ਮਤਲਬ ਪੋਪੂਲੇਸ਼ਨ, ਜੇ ਮੀਟਿੰਗ ਨਹੀਂ ਹੁੰਦੀ, ਜੇ ਨਰ ਤੇ ਮਾਦਾ ਦਾ ਮਿਲਨ ਨਹੀਂ ਹੋਊਗਾ ਤੇ ਜਿਹੜੀ ਮੀਟਿੰਗ ਹੈ ਉਹ ਨਹੀਂ ਹੋਣੀ ਹੈ। ਹਾਂ, ਮਤਲਬ ਉਹ ਨਹੀਂ, ਉਹ ਮੀਟਿੰਗ, ਉਹਦੇ ਜਿਹੜੇ ਅੰਡੇ ਨਿਕਲਣਗੇ ਉਹ ਫਰਟਾਈਲ ਨਹੀਂ ਹੋਣਗੇ, ਉਹਨਾਂ 'ਚੋਂ ਬੱਚਾ ਨਹੀਂ ਨਿਕਲਣਾ ਹੈਗਾ। ਤੇ ਉਸ ਟੈਕਨੀਕ ਨੂੰ ਆਹ ਕੰਪਨੀ ਨੇ ਪਛਾਣਿਆ ਹੈ, ਉਸ ਕਮਜ਼ੋਰ ਕੜੀ ਨੂੰ ਫੜਿਆ ਹੋਇਆ ਹੈ। ਇਹਨਾਂ ਨੇ ਕੀ ਕੀਤਾ, ਕਿਉਂਕਿ ਉਹ ਨਰ ਮਾਦਾ ਦਾ ਜਿਹੜਾ ਮਿਲਨ ਹੈ ਉਹ ਕਿਹਦੇ ਨਾਲ ਹੋ ਰਿਹਾ? ਕੈਮੀਕਲ ਸਿਗਨਲ ਦੇ ਨਾਲ ਹੋ ਰਿਹਾ ਹੈ। ਕੈਮੀਕਲ ਸਿਗਨਲ ਕੀ ਹੈ? ਮਾਦਾ ਨੇ ਆਪਣੀ ਬਾਡੀ 'ਚੋਂ ਇੱਕ ਫੀਰਾਮੋਨ ਛੱਡਣਾ, ਜਿਹਨੂੰ ਕੈਮੀਕਲ ਕਹਿੰਦੇ ਆ। ਇਹ ਕੈਮੀਕਲ ਸਿਗਨਲ ਹੈ। ਉਹ ਨਰ ਨੇ ਉਸ ਕੈਮੀਕਲ ਸਿਗਨਲ, ਕਿਉਂਕਿ ਅੱਖਾਂ ਨਾਲ ਭਾਲ ਨਹੀਂ ਹੋਣੀ, ਅੱਖਾਂ ਨਾਲ ਉਹਨੇ ਨਰ ਤੇ ਮਾਦਾ ਨੂੰ ਨਹੀਂ ਪਛਾਣਨਾ, ਉਹਨੇ ਕੈਮੀਕਲ ਨਾਲ ਪਛਾਣਨਾ ਹੈ। ਉਹ ਨਰ ਤੇ ਮਾਦਾ ਦਾ ਜਿਹੜਾ ਜੇ ਕੈਮੀਕਲ ਨਿਕਲੂਗਾ ਤੇ ਨਰ ਮਾਦਾ ਵੱਲ ਜਾਊਗਾ।
ਇਹਨਾਂ ਨੇ ਕੀ ਕੀਤਾ, ਇਹ ਹੁਣ ਬਾਇਓਟੈਕਨੋਲੋਜੀ ਸਾਇੰਸ ਦੇ ਐਡਵਾਂਸਮੈਂਟ ਨਾਲ ਕੀ ਹੈ ਕਿ ਇਹ ਜਿਹੜਾ ਫਿਰਾਮੋਨ ਹੈ ਇਹਨੂੰ ਹੁਣ ਲੈਬੋਰਟਰੀ ਸਿੰਥੇਸਾਈਜ਼ ਹੂ ਬਹੂ ਇਹੀ ਕੈਮੀਕਲ, ਇਹ ਬਿਲਕੁਲ ਇਹਦੇ ਨਾਲ ਹੀ ਮਿਲਦਾ ਜਿਹੜਾ ਕੈਮੀਕਲ ਹੈਗਾ ਉਹ ਲੈਬੋਰਟਰੀ 'ਚ ਬਣਾ ਰਹੇ ਹੈ, ਉਹਨੂੰ ਇੱਕ ਪੇਸਟ ਦੇ ਫਾਰਮੂਲੇਸ਼ਨ 'ਚ ਪਾਇਆ ਹੋਇਆ ਹੈ। ਉਹ ਜਦੋਂ ਪੇਸਟ 'ਚ ਪਾਤਾ, ਇਹਨਾਂ ਨੇ ਕੀ ਕਰਨਾ ਹੈ, ਆਪਾਂ ਨਾਮ ਕੀ ਹੈ ਜਿਹਦਾ ਟੈਕਨੋਲੋਜੀ ਦਾ ਵੀ ਟੈਕਨੋਲੋਜੀ ਦਾ ਹੈਗਾ, ਇਸ ਟੈਕਨੋਲੋਜੀ ਦਾ ਨਾਮ ਹੈ ਕ੍ਰਮਿਟ। ਠੀਕ ਹੈ, ਇਹ ਹੈਗਾ ਬੇਸਿਕਲੀ ਜਿਹੜੀ ਹੈ ਸਲੋ ਰਿਲੀਜ਼, ਜਿੱਦਾਂ ਆਪਾਂ ਤੁਸੀਂ ਦੇਖਦੇ ਹੋ ਨਾ, ਮਤਲਬ ਹੌਲੀ ਹੌਲੀ ਰਿਲੀਜ਼ ਕਰਦੀ ਹੈ ਉਸ ਕੈਮੀਕਲ ਨੂੰ। ਜਿੱਦਾਂ ਆਪਾਂ ਦੇਖਦੇ ਹਾਂ ਕਿ ਐਸਿਡਿਟੀ ਦੀ ਕੋਈ ਦਵਾਈ, ਸ਼ੂਗਰ ਦੀ ਦਵਾਈਆਂ, ਸਲੋ ਰਿਲੀਜ਼ ਦਵਾਈਆਂ ਆਉਂਦੀਆਂ ਨੇ ਕਿ ਬੋਡੀ 'ਚ ਨਿਕਲਦੇ ਰਹਿਣ ਤੇ ਸ਼ੂਗਰ ਜਿਹੜੀ ਹੈ ਕੰਟਰੋਲ 'ਚ ਰਵੇ। ਇਸ ਤਰ੍ਹਾਂ ਦੀ ਇਹ ਟੈਕਨੋਲੋਜੀ ਸਲੋ ਰਿਲੀਜ਼ ਟੈਕਨੋਲੋਜੀ ਇਹੀ ਹੈ ਕਿ ਸਲੋ ਰਿਲੀਜ਼ ਕਿੱਦਾਂ ਕਰਨਾ ਹੈ। ਕਿਉਂਕਿ ਜਦੋਂ ਇੱਕ ਵਾਰੀ ਅਸੀਂ ਆ ਜਿਹੜਾ ਡੈਵਲਪ ਹੈ, ਜਿਹੜਾ ਇੱਕ ਪੇਸਟ ਨੂੰਮਾ ਜਿਹੜਾ ਪੇਸਟ ਇਹ ਲਾ ਆਪਾਂ ਬੂਟੇ ਤੇ ਲਾ ਦੇਣਾ 400 ਸਪੌਟਸ ਤੇ, 400 ਜਗ੍ਹਾ ਤੇ 400 ਬੂਟਿਆਂ ਤੇ ਲਾ ਦੇਣਾ। ਉਹਦੇ ਨਾਲ ਕੀ ਹੋਣਾ ਕਿ ਉੱਥੋਂ ਸਾਰੀ ਜਗ੍ਹਾ ਤੋਂ ਜਿਹੜੀ ਮਾਦਾ ਦੀ ਗੰਧ ਹੈ ਉਹ ਨਿਕਲੂਗੀ, ਜਿਹੜੀ ਅਸਲ ਮਾਦਾ ਦੀ ਗੰਧ ਹੈ ਉਹ ਦੱਬ ਜਾਣੀ ਹੈ, ਮਾਸਕ ਹੋ ਜਾਣੀ ਹੈ, ਤੇ ਨਰ ਨੇ ਅਸਲ ਮਾਦਾ ਨੂੰ ਨਹੀਂ ਪਛਾਣ ਪਾਣਾ, ਉਹਨੇ ਉਸੇ ਗੰਧ ਦੇ ਆਸੇ-ਪਾਸੇ ਹੀ ਘੁੰਮਦੇ ਰਹਿਣਾ, ਉਸੇ ਗੰਧ ਦੇ ਆਸੇ-ਪਾਸੇ ਘੁੰਮਦਾ ਰਹੂਗਾ ਤੇ ਮੀਟਿੰਗ ਹੋਣੀ ਨਹੀਂ ਹੈ। ਮੀਟਿੰਗ ਨਹੀਂ ਹੋਊਗੀ ਤੇ ਅੱਗੇ ਦੀ ਜਿਹੜੀ ਹੈ ਪੀੜ੍ਹੀ ਹੈ ਉਹ ਵਧੀ ਨਹੀਂ। ਤੇ ਇਸ ਤਰੀਕੇ ਨਾਲ ਜਿਹੜਾ ਕੰਟਰੋਲ, ਇਹਦੀ ਇੱਕ ਗੱਲ ਜਿਹੜੀ ਖਾਸ ਹੈ, ਸਿੱਧੇ ਤੌਰ ਤੇ ਖਤਮ ਤਾਂ ਨਹੀਂ ਕਹਿ ਸਕਦੇ, ਪਰ ਸਿੱਧੇ ਤੌਰ ਤੇ ਜਿਹੜਾ ਹੈਗਾ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਪ੍ਰੋਸੈਸ ਨੂੰ। ਬਿਲਕੁਲ ਇਸ ਪ੍ਰੋਸੈਸ ਨੂੰ ਜਿਹੜਾ ਡਿਸਰਪਟ ਕਰ ਦੇਣਾ ਹੈ, ਇਸ ਪ੍ਰੋਸੈਸ ਨੂੰ ਡਿਸਰਪਟ ਕਰਨਾ। ਬਸ ਇਹਦੇ ਵਿੱਚ ਇਹੀ ਹੈ ਕਿ ਇਹਨੂੰ ਸਟਾਰਟ ਤੋਂ ਹੀ, ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਬੋਗੀ ਬਣਨੀ ਸ਼ੁਰੂ ਹੋ ਗਈ, ਫੁੱਲਡੋਡੀ ਬਣਨੀ ਸ਼ੁਰੂ ਹੋ ਗਈ, ਉਸ ਟਾਈਮ ਤੇ ਜਿਹੜਾ ਹੈਗਾ ਇਹਦਾ ਜਿਹੜਾ ਇਹਨੂੰ ਖੇਤ 'ਚ ਲਗਾਉਣਾ ਹੈਗਾ। ਕਿਉਂਕਿ ਜਿਹੜੀ ਮਾਦਾ ਹੈ ਉਹਨੇ ਅੰਡੇ ਜਿਹੜੇ ਆ ਉਹ ਬੋਗੀ ਤੇ ਫੁੱਲ ਤੇ ਉਸ ਟਾਈਮ ਤੇ ਉਹਦੀ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ। ਜਦੋਂ ਫੁੱਲ ਬੋਗੀ ਨਹੀਂ ਹੈਗੀ ਹੈ ਜਾਂ ਟਿੰਡਾ ਨਹੀਂ ਹੈਗਾ, ਫੁੱਲ ਨਹੀਂ, ਉਸ ਟਾਈਮ ਤੇ ਇਸका ਮਤਲਬ 40-45 ਦਿਨਾਂ ਤੇ ਇਹ ਆਪਣੇ ਖੇਤ ਵਿੱਚ ਲੱਗ ਜਾਣਾ ਚਾਹੀਦਾ ਹੈ। ਤਾਂ ਹੀ ਇੱਕ ਵਾਰੀ ਐਪਲੀਕੇਸ਼ਨ, ਫਿਰ ਉਸ ਤੋਂ ਬਾਅਦ 30 ਦਿਨਾਂ ਤੋਂ ਬਾਅਦ ਅਗਲਾ ਐਪਲੀਕੇਸ਼ਨ, ਫਿਰ ਅਗਲੇ 30 ਦਿਨਾਂ ਤੋਂ ਬਾਅਦ ਤੀਜਾ ਐਪਲੀਕੇਸ਼ਨ। ਅਸੀਂ ਆਪਣੇ ਜਿਹੜੇ ਰਿਸਰਚ ਟ੍ਰਾਇਲਸ ਨੇ ਉਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਟੈਸਟ ਕੀਤਾ ਹੋਇਆ ਹੈ। ਠੀਕ ਹੈ, ਜਦੋਂ ਸਾਨੂੰ ਸੰਤੁਸ਼ਟੀ ਮਿਲੀ ਹੈ, ਸਾਡਾ ਯੂਨੀਵਰਸਿਟੀ ਦਾ ਇੱਕ ਪ੍ਰੋਟੋਕੋਲ ਹੈ, ਅਸੀਂ ਕੋਈ ਵੀ ਚੀਜ਼ ਨੂੰ ਜਦੋਂ ਟੈਸਟ ਕਰਦੇ ਹਾਂ 2 ਸਾਲ ਆਪਣੇ ਖੋਜ ਤਜਰਬੇ 'ਚ ਕਰਦੇ ਹਾਂ, ਤੀਜੇ ਸਾਲ ਅਸੀਂ ਇਹਨੂੰ ਫਾਰਮਰ ਫੀਡ ਤੇ ਲੈ ਜਾਂਦੇ ਹਾਂ। ਡਾਕਟਰ ਸਾਹਿਬ, ਕਦੋਂ ਤੁਸੀਂ ਪੀਏਯੂ ਨੇ ਕਦੋਂ ਸ਼ੁਰੂ ਕਰਤੀ ਸੀ ਰਿਸਰਚ? ਇਹਨੂੰ ਦੇਖੋ ਜੀ, ਮੈਂ ਤੁਹਾਨੂੰ ਇੱਕ ਗੱਲ, ਇਹ ਮਤਲਬ ਸਾਡੇ ਵਾਸਤੇ ਮਾਣ ਦੀ ਗੱਲ ਹੈਗੀ ਹੈ, ਸਾਡੇ ਕਿਸਾਨਾਂ ਵਾਸਤੇ ਵੀ, ਕਿ ਜਿਹੜੀਆਂ ਵੀ ਨਾਰਥ ਦੀਆਂ 4-5 ਐਗਰੀਕਲਚਰ ਯੂਨੀਵਰਸਿਟੀ ਨੇ, ਉਹਨਾਂ 'ਚੋਂ ਪੀਏਯੂ ਹੀ ਇੱਕ ਯੂਨੀਵਰਸਿਟੀ ਹੈ ਜਿਹਨੇ ਆਰਜੀ ਤੌਰ ਤੇ ਇਹਦੀ ਸਿਫਾਰਿਸ਼ ਕਰਤੀ ਹੈ। ਆਰਜੀ ਤੌਰ ਤੇ ਇਸ ਕਰਕੇ ਕਿਉਂਕਿ ਮਜਬੂਰੀ ਸੀਗੀ ਕਿ ਇਹਨੂੰ ਜਲਦੀ ਕਰਨਾ ਸੀਗਾ, ਕਿਉਂਕਿ ਫਾਰਮਰ ਦਾ ਨੁਕਸਾਨ ਹੋ ਰਿਹਾ। ਜਿੱਥੇ ਫਾਰਮਰ ਦਾ ਨੁਕਸਾਨ ਹੋਵੇ ਉੱਥੇ ਯੂਨੀਵਰਸਿਟੀ ਜਿਹੜੇ ਆਪਣੇ ਰਿਸਰਚ ਟ੍ਰਾਇਲਾਂ ਦੇ ਬੇਸਿਸ ਤੇ ਇਹਨੂੰ ਅਡੌਕ ਰਿਕਮੈਂਡੇਸ਼ਨ ਦਿੱਤੀ। ਹੁਣ ਅਸੀਂ 4000 ਕਿੱਲਿਆਂ ਤੇ ਪੰਜਾਬ 'ਚ ਇਸ ਟੈਕਨੋਲੋਜੀ ਨੂੰ ਡੈਮੋਨਸਟ੍ਰੇਟ ਕਰ ਰਹੇ ਹਾਂ ਇਸ ਕੰਪਨੀ ਦੀ ਮਦਦ ਨਾਲ। ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਅਬੋਹਰ, ਹਰ ਪਿੰਡ ਪੂਰਾ ਅਡਾਪਟ ਕੀਤਾ ਹੋਇਆ ਹੈ। ਠੀਕ ਹੈ, ਉੱਥੇ ਅਸੀਂ ਡੈਮੋਨਸਟ੍ਰੇਟ, ਉੱਥੇ ਜਦੋਂ ਇੱਕ ਵਾਰੀ ਮੋਹਰ ਲੱਗੀ ਹੈ, ਟੈਕਨੋਲੋਜੀ ਦਮ ਹੈ, ਤੇ ਡੈਫੀਨੇਟਲੀ ਅੱਗੇ ਜਾਊਗੀ ਤੇ ਕੰਟਰੋਲ ਕਰੂਗੀ। ਦੂਜੀ ਗੱਲ ਇਹ ਹੈ ਕਿ ਈਕੋ ਫਰੈਂਡਲੀ ਹੈ, ਕੋਈ ਢੋਲੀ ਨਹੀਂ ਚੱਕਣੀ ਹੈ, ਕੋਈ ਕੈਮੀਕਲ ਨਹੀਂ ਹੈ, ਕੋਈ ਉਹਦੇ ਸਾਈਡ ਇਫੈਕਟਸ ਨਹੀਂ ਹੈ, ਮਿੱਤਰ ਕੀੜਿਆਂ ਤੇ ਕੋਈ ਮਾੜਾ ਪ੍ਰਭਾਵ ਨਹੀਂ। ਕਿਉਂਕਿ ਹੁਣ ਜਿਹੜੀ ਹੈ ਜਿਹੜੀ ਵੀ ਇਹ ਹੈ ਐਗਰੀਕਲਚਰ ਸਾਇੰਸਿਸ ਹੈ, ਮੂਵ ਕਰ ਰਹੀ ਹੈ ਟੂਵਰਡਸ ਰੈਜ਼ੀਡਿਊ ਫਰੀ, ਮਤਲਬ ਕਿ ਜਿਹੜੀ ਕੀਟਨਾਸ਼ਕਾਂ ਦੀ ਰਹਿੰਦ ਖੂੰਹਦ ਹੈ ਉਹਦੇ ਤੋਂ ਫਰੀ ਜਿਹੜੀ ਹੈ ਅਸੀਂ ਐਗਰੀਕਲਚਰ ਪ੍ਰੋਡਿਊਸ, ਸੇਫ ਫੂਡ ਦਈਏ। ਠੀਕ ਹੈ, ਸੇਫ ਐਨਵਾਇਰਨਮੈਂਟ। ਤੁਸੀਂ ਸਾਰਾ ਦੱਸ ਰਹੇ ਹੋ, ਇਹ ਡੈਮੋਨਸਟ੍ਰੇਸ਼ਨ ਦੀ ਗੱਲ ਕੀਤੀ ਤੁਸੀਂ, ਤੁਹਾਡੀਆਂ ਟੀਮਸ ਜਿਹੜੀਆਂ ਨੇ ਪਿੰਡ ਜਾਣਗੀਆਂ ਜੀ, ਸਾਰਾ ਪ੍ਰੋਸੈਸ ਸਮਝਾਇਆ ਜਾਓ। ਅਸੀਂ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਆ ਹਰ ਇੱਕ ਜ਼ਿਲ੍ਹੇ ਦੇ, ਜਿਸ ਤਰ੍ਹਾਂ ਮਾਨਸੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਬਠਿੰਡੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਉੱਥੇ ਦੇ ਜਿਹੜੇ ਕੀਟ ਵਿਗਿਆਨੀ ਨੇ ਉਹ ਇਸ ਵਿੱਚ ਐਸੋਸੀਏਟ ਹੋਏ ਨੇ, ਉਹ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਹੈ। ਸਾਡੀਆਂ ਯੂਨੀਵਰਸਿਟੀ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਜਿਹੜੀਆਂ ਇਹਨਾਂ ਨੂੰ ਫਾਰਮਰ ਨੂੰ ਡੈਮੋਨਸਟ੍ਰੇਟ, ਅਸੀਂ ਜਿਹੜੀ ਇਹ ਪਹਿਲੀ ਡੋਜ਼ ਹੈ ਉਹ ਆਲਮੋਸਟ ਲਗਭਗ 2.5-3 ਹਜ਼ਾਰ ਕਿੱਲਿਆਂ ਤੇ ਡੈਮੋਨਸਟ੍ਰੇਟ ਕਰ ਚੁੱਕੇ ਹਾਂ, ਉਹਨੂੰ ਅਸੀਂ ਲਗਾ ਚੁੱਕੇ ਹਾਂ, ਬਿਲਕੁਲ ਲੱਗ ਗਈ ਹੈ। ਠੀਕ ਹੈ, ਅਸੀਂ ਜਿਹੜੀ ਹੁਣ ਰਹਿੰਦ ਜਿਹੜਾ ਲੇਟ ਹੈ ਨਰਮਾ, ਕੋਈ ਆਊਟਪੁੱਟ ਆਇਆ ਕੋਈ ਉਹਦਾ? ਦੇਖੋ ਆਊਟਪੁੱਟ ਜਿਹੜਾ ਹੈ ਨਾ ਅਜੇ ਇਸ ਸਟੇਜ ਤੇ ਨਹੀਂ ਹੈ। ਆਊਟਪੁੱਟ ਤੇ ਇਹਦਾ ਲਾਸਟ ਤੇ ਹੀ ਆਉਣਾ ਹੈ, ਜਦੋਂ ਤੁਹਾਡਾ ਮਤਲਬ ਇਨ ਦਾ ਮਿਡਲ ਆਫ ਜਿਹੜਾ ਪੀਕ ਸੀਜ਼ਨ, ਜਦੋਂ ਜਿਹੜੀ ਦੂਜੀ ਚੁਗਾਈ ਹੈ, ਦੂਜੀ ਚੁਗਾਈ ਤੇ ਤੁਹਾਨੂੰ ਪਤਾ ਚੱਲ ਜਾਣਾ ਕਿ ਇਸ ਪਿੰਡ 'ਚ ਇਹਦਾ ਅਸਰ ਕਿਹੋ ਜਿਹਾ ਰਿਹਾ, ਕਿਉਂਕਿ ਦੂਜੀ ਚੁਗਾਈ ਸਭ ਤੋਂ ਜ਼ਿਆਦਾ ਅਫੈਕਟਡ ਰਹਿੰਦੀ ਹੈ, ਦੂਜੀ ਤੇ ਤੀਜੀ ਚੁਗਾਈ ਉੱਥੇ ਸਾਨੂੰ ਪਤਾ ਲੱਗ ਜਾਣਾ। ਅਸੀਂ ਇੱਕ ਲਗਾਏ ਹੋਇਆ ਡੈਮੋਨਸਟ੍ਰੇਸ਼ਨ ਲਗਾਏ ਹੋਇਆ, ਤੇ ਸਾਨੂੰ ਉਮੀਦ ਹੈ ਕਿ ਜੇ ਇਹਨੂੰ ਸਹੀ ਤਰੀਕੇ ਨਾਲ ਫਾਰਮਰ ਤੱਕ ਦੱਸਿਆ ਜਾਵੇ, ਸਹੀ ਢੰਗ ਨਾਲ ਦੱਸਿਆ ਜਾਵੇ, ਛੋਟੇ ਪੱਧਰ ਤੇ ਇਹਦਾ ਫਾਇਦਾ ਨਹੀਂ ਹੈ। ਜੇ ਆਪਾਂ ਕਹਿੰਦੇ 1.5-2 ਕਿੱਲੇ 'ਚ ਲਾਤਾ, ਕਿਉਂਕਿ ਇਹਨੇ ਮਾਦਾ ਨੂੰ ਕੁਝ ਨਹੀਂ ਕਹਿਣਾ, ਇਹਨੇ ਤੇ ਨਰ ਨੂੰ ਕਨਫਿਊਜ਼ ਕਰਨਾ, ਮਾਦਾ ਕਿਤੋਂ ਹੋਰ ਵੀ ਮੇਟ ਕਰਕੇ ਇੱਥੇ ਆ ਕੇ ਅੰਡੇ। ਜੇ ਛੋਟੇ ਪੱਧਰ ਤੇ ਲਾਵਾਂਗੇ ਫਿਰ ਇਹਦਾ ਕੰਟਰੋਲ ਉਸ ਤਰੀਕੇ ਦਾ ਨਹੀਂ ਮਿਲਣਾ। ਇਹਨੂੰ ਕਮ ਸੇ ਕਮ 10-15 ਕਿੱਲੇ ਤੇ ਜਿਹੜਾ ਹੈਗਾ ਉਹ ਉਹਨੇ ਫਾਰਮਰ, ਇਸ ਕਰਕੇ ਫਾਰਮਰ ਨੂੰ ਇਹਦੇ ਜੁੜਨਾ ਪੈਣਾ। ਸਾਡੀ ਅਜੇ ਇਹੀ ਹੈ ਕਿ ਅਸੀਂ ਫਾਰਮਰ ਨੂੰ ਇਹ ਚੀਜ਼ ਸਮਝਾਈਏ, ਕਿਉਂਕਿ ਅਜੇ ਇਹ ਤਾਂ ਹੈ ਨਹੀਂ ਕਿ ਟੈਕਨੋਲੋਜੀ ਜਿਹੜੀ ਹੈ ਰੈਡੀ ਮਾਰਕੀਟ 'ਚ ਆ ਗਈ ਹੈ ਤੇ ਫਾਰਮਰ ਯੂਜ਼ ਕਰਨਾ ਸ਼ੁਰੂ ਕਰ ਦੂਗਾ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ 4-5 ਹਜ਼ਾਰ ਕਿੱਲੇ ਅਸੀਂ ਲਾਏ ਹੋਏ ਆ, ਇਹਦੇ ਤੇ ਫਾਰਮਰ ਦਾ ਇੱਕ ਵਾਰੀ ਕੌਨਫੀਡੈਂਸ ਡਿਵੈਲਪ, ਕਿਉਂਕਿ ਫਾਰਮਰ ਦੀ ਮੌਤ ਬਹੁਤ ਜ਼ਰੂਰੀ ਹੈ।
ਕਿਸਾਨ ਦੀ ਮੋਹਰ ਬਹੁਤ ਜ਼ਰੂਰੀ ਹੈ ਤੇ ਯੂਨੀਵਰਸਿਟੀ ਉਹਦੇ ਵਿੱਚ ਬਿਲਕੁਲ। ਇਸ ਤੋਂ ਇਲਾਵਾ ਇਹ ਵੀ ਹੈ ਕਿ ਹੁਣ ਜਿਹੜਾ ਫਾਰਮਰ ਹੈ ਉਹਨੂੰ ਇਹ ਵੀ ਹੈ ਕਿ ਇਹ ਨਹੀਂ ਰੱਖਣਾ ਕਿ ਅਸੀਂ ਜਿਹੜੇ ਕੀਟਨਾਸ਼ਕ ਵੀ ਹੈਗੇ ਆਪਣੇ ਖੇਤ ਦਾ ਸਰਵੇਖਣ ਕਰਨ, ਫੀਰਾਮੋਨ ਟਰੈਪ ਦੇ ਨਾਲ ਮੋਨੀਟਰਿੰਗ ਕਰਨ ਤੇ ਉਸ ਆਪਣੇ ਖੇਤ 'ਚ ਜੇ ਤੁਹਾਨੂੰ ਲੱਗਦਾ ਹੈ ਜਿਹੜੀ ਯੂਨੀਵਰਸਿਟੀ ਦੀਆਂ ਐਗਰੀਕਲਚਰ ਡਿਪਾਰਟਮੈਂਟ ਦੀਆਂ ਸਿਫਾਰਿਸ਼ਾਂ ਨੇ ਉਹਨਾਂ ਨੂੰ ਫੋਲੋ ਕਰਕੇ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ। ਸਰਕਾਰ ਨਾਲ ਗੱਲਬਾਤ ਹੋਈ ਹੈ? ਸਰਕਾਰ ਕਿਵੇਂ ਦਾ ਇੰਟਰਸਟ ਆ ਜਿਹੜਾ ਇਸ ਪੂਰੀ ਟੈਕਨੋਲੋਜੀ 'ਚ ਦਿਖਾ ਰਹੀ ਹੈ ਜੀ? ਜੀ ਬਿਲਕੁਲ, ਐਗਰੀਕਲਚਰ ਡਿਪਾਰਟਮੈਂਟ ਵੀ ਇਹਨੂੰ ਜਿਹੜੀਆਂ ਕੁਝ ਡਿਮੋਨਸਟ੍ਰੇਸ਼ਨਸ ਐਗਰੀਕਲਚਰ ਡਿਪਾਰਟਮੈਂਟ ਵੀ ਲਾ ਰਿਹਾ ਕਿਉਂਕਿ ਸਾਡਾ ਜਿਹੜਾ ਡਾਇਰੈਕਟ ਲਿੰਕ ਹੈਗਾ ਪੀਏਯੂ ਦਾ ਉਹ ਹੈਗਾ। ਅਸੀਂ ਅਗਰ ਟੈਕਨੋਲੋਜੀ ਟੈਸਟ ਕਰਦੇ ਹਾਂ, ਜੇ ਅਸੀਂ ਟੈਕਨੋਲੋਜੀ ਕਰਕੇ ਪ੍ਰਮਾਣਿਤ ਕਰਦੇ ਹਾਂ, ਰਿਕਮੈਂਡੇਸ਼ਨ ਕਰਦੇ ਹਾਂ, ਸਾਡੇ ਕੋਲ ਸਰਕਾਰ ਜਿਹੜੀ ਹੈ ਉਹ ਐਗਰੀਕਲਚਰ ਡਿਪਾਰਟਮੈਂਟ ਹੈ। ਡਿਪਾਰਟਮੈਂਟ ਜਿਹੜਾ ਬਹੁਤ ਪੋਜ਼ਿਟਿਵ ਲੈ ਰਿਹਾ ਇਹਨੂੰ, ਉਹ ਵੀ ਸਾਡੇ ਨਾਲ ਹੈ। ਡਿਪਾਰਟਮੈਂਟ ਦੀਆਂ ਟੀਮਾਂ ਬਣੀਆਂ ਹੋਈਆਂ, ਮੋਨੀਟਰਿੰਗ ਹੋ ਰਹੀ ਹੈ, ਪਿੰਡ ਜਾ ਕੇ ਮੋਨੀਟਰਿੰਗ ਟੀਮਾਂ ਬਣੀਆਂ, ਹਰ ਇੱਕ ਪਿੰਡ ਤੇ ਹਰ ਇੱਕ ਡਿਸਟ੍ਰਿਕਟ ਤੇ KVK ਯੂਨੀਵਰਸਿਟੀ ਦੀਆਂ ਐਗਰੀਕਲਚਰ ਡਿਪਾਰਟਮੈਂਟ ਦੀਆਂ ਟੀਮਾਂ ਮੋਨੀਟਰਿੰਗ ਹੋ ਰਹੀ ਹੈ। ਹਰ ਇੱਕ ਰਿਪੋਰਟ ਆ ਰਹੀ ਹੈ, ਵੀਕਲੀ ਰਿਪੋਰਟਸ ਜਾਰੀਆਂ ਨੇ ਡਿਪਾਰਟਮੈਂਟ ਤੱਕ, ਸਰਕਾਰ ਤੱਕ। ਉਹਦੇ ਬੇਸਿਸ ਤੇ ਅਸੀਂ ਫਾਰਮਰਸ ਨੂੰ ਟਾਈਮ ਟੂ ਟਾਈਮ ਜਿਹੜੀਆਂ ਰਿਕਮੈਂਡੇਸ਼ਨ ਜਿਹੜੀਆਂ ਨੇ ਉਹ ਸਰਕੂਲੇਟ ਕਰ ਰਹੇ ਹਾਂ ਥਰੂ ਪ੍ਰਿੰਟ ਮੀਡੀਆ, ਥਰੂ WhatsApp ਗਰੁੱਪ, ਤਾਂ ਕਿ ਫਾਰਮਰ ਜਿਹੜਾ ਇਹਦਾ ਨੁਕਸਾਨ ਜਿਹੜਾ ਉਹ ਘੱਟ ਤੋਂ ਘੱਟ ਹੋ ਸਕੇ ਜੀ। ਆਖਰੀ ਸਵਾਲ ਜੀ, ਕੀ ਲੱਗਦਾ ਤੁਹਾਨੂੰ ਵੀ ਕਿੰਨਾ ਟਾਈਮ ਲੱਗੂ ਘੱਟੋ ਘੱਟ, ਜਦੋਂ ਆਪਾਂ ਕਹਿ ਲਈਏ ਵੀ ਕਦੋਂ ਜਾ ਕੇ ਪੂਰੇ ਤਰੀਕੇ ਨਾਲ ਖਹਿੜਾ ਛੁੱਟੂਗਾ ਗੁਲਾਬੀ ਸੁੰਡੀ ਤੋਂ ਕਿਸਾਨਾਂ ਦਾ? ਦੇਖੋ ਜੀ, ਇਹ ਬਹੁਤ ਵਧੀਆ ਸਵਾਲ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ 2015 ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਸਾਊਥ ਇੰਡੀਆ, ਸੈਂਟਰਲ ਇੰਡੀਆ ਜਿਹੜੀ ਹੈ ਉਸ ਤੋਂ ਬਾਅਦ 2-3 ਸਾਲਾਂ 'ਚ ਫਾਰਮਰ ਸੁਚੇਤ ਹੋ ਗਿਆ। ਜਦੋਂ ਇੱਕ ਵਾਰੀ ਫਾਰਮਰ ਸੁਚੇਤ ਹੋ ਗਿਆ ਨਾ, ਮੈਂ ਤੁਹਾਨੂੰ ਦੱਸ ਰਿਹਾ 2006 ਵਿੱਚ ਸਾਡੇ ਕੋਲ ਮੀਲੀਬਗ ਦੀ ਬਹੁਤ ਵੱਡੀ ਸਮੱਸਿਆ ਆਈ, ਬਿਲਕੁਲ ਕ੍ਰੌਪ ਨੂੰ ਖਤਮ ਕਰਤਾ। 2015 ਵਿੱਚ ਤੁਸੀਂ ਦੇਖੋ ਕਿ ਕਿੰਨੇ ਉਹਨੇ ਕਿੰਨਾ ਨੁਕਸਾਨ ਕੀਤਾ। ਇਸ ਤਰ੍ਹਾਂ ਹੀ ਇਹ ਵੀ ਹੈ, ਕੋਈ ਵੀ ਕੀੜਾ ਜਿਹੜਾ ਉਹਦਾ ਇੱਕ ਟਾਈਮ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਇਹਦੇ ਬਾਰੇ ਅਵੇਅਰਨੈਸ ਹੋ ਜਾਂਦੀ ਹੈ, ਫਾਰਮਰ ਸੁਚੇਤ ਹੋ ਜਾਂਦਾ ਹੈ, ਸਾਡੇ ਕੋਲ ਨਵੀਆਂ ਟੈਕਨੀਕਸ ਆ ਜਾਂਦੀਆਂ ਨੇ, ਇਨਸੈਕਟੀਸਾਈਡ ਦੀ ਜਿਹੜੀ ਹੈ ਟੈਸਟਿੰਗ ਹੈ, ਸਾਰਾ ਕੁਝ ਹੈ, ਤੇ ਉਹ ਜਦੋਂ ਆ ਗਿਆ ਡੈਫੀਨੇਟਲੀ ਮੈਨੂੰ ਲੱਗਦਾ ਇੱਕ ਅੱਧੇ ਸਾਲ 'ਚ 2 ਸਾਲਾਂ ਵਿੱਚ ਜਿਹੜੀ ਹੈਗੀ ਹੈ ਸਾਨੂੰ ਇਹ ਜਿਹੜੀ ਸਮੱਸਿਆ ਫਾਰਮਰ ਮੈਨੇਜ ਈਜ਼ੀਲੀ ਕਰ ਲੂਗਾ। ਹਾਂਜੀ ਬਿਲਕੁਲ ਜੀ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਡਾਕਟਰ ਸਤਨਾਮ ਸਿੰਘ ਨਾਲ ਗੱਲਬਾਤ ਕਰ ਰਹੇ ਸੀਗੇ ਜਿਨ੍ਹਾਂ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਇਸ ਪੂਰੇ ਵਿਸ਼ੇ ਦੇ ਉੱਤੇ, ਤੇ ਜਿੱਥੇ ਇਸ ਟੈਕਨੋਲੋਜੀ ਬਾਰੇ ਵੀ ਦੱਸਿਆ ਕਿ ਇਸ ਤਰੀਕੇ ਦੇ ਨਾਲ ਮਦਦ ਮਿਲੂਗੀ, ਕਿ ਇਸ ਤਰੀਕੇ ਦੇ ਨਾਲ ਬਚਾਅ ਜਿਹੜਾ ਹੋਊਗਾ ਨਰਮੇ ਦਾ ਗੁਲਾਬੀ ਸੁੰਡੀ ਤੋਂ, ਤੇ ਨਾਲ ਹੀ ਇਹ ਵੀ ਦੱਸਿਆ ਕਿ ਅਵੇਅਰਨੈਸ ਦੀ ਵੀ ਬਹੁਤ ਲੋੜ ਹੈ ਕਿਸਾਨਾਂ ਨੂੰ। ਜਿਵੇਂ ਇੱਕ ਬੜਾ ਵਧੀਆ ਉਦਾਹਰਨ ਦਿੱਤਾ ਸੀਗਾ, ਛਟੀਆਂ ਦੇ ਜਿਹੜੇ ਟਿੰਡੇ ਰਹਿ ਜਾਂਦੇ ਨੇ, ਟਿੰਡਿਆਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਸਾੜ ਦਿੱਤਾ ਜਾਵੇ, ਕਿਉਂਕਿ ਜਿਹੜੀ ਉਹਨਾਂ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਹ ਦੁਬਾਰਾ ਵੱਧਦੀ ਹੈਗੀ ਹੈ। ਸੋ ਅਗਲੇ ਜਿਹੜੀਆਂ ਗਰਮੀਆਂ ਜੋ ਦੁਬਾਰੇ ਆਉਂਦੀਆਂ ਨੇ, ਸੋ ਉਦੋਂ ਉੱਥੋਂ ਹੀ ਜਿਹੜੀ ਸ਼ੁਰੂਆਤ ਹੈ ਇਸ ਸਾਰੀ ਚੀਜ਼ ਦੀ ਹੁੰਦੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।